नमस्कार दोस्तों, ਅੱਜ ਆਪਾਂ नए टॉपिक अनुपात ਅਤੇ ਸਮਾਨ अनुपात ਦੀ ਗੱਲ ਕਰਨ ਜਾ ਰਹੇ ਹਾਂ। टॉपिक ਕੀ ਹੈ, अनुपात ਹੁੰਦਾ ਕੀ ਹੈ। ਸਭ ਤੋਂ ਪਹਿਲਾਂ ਸਮਾਨ अनुपात ਦੀ ਗੱਲ ਆਪਾਂ ਬਾਅਦ ਚ ਕਰਾਂਗੇ। ਪਹਿਲਾਂ ਆਪਾਂ ਗੱਲ ਕਰਦੇ ਹਾਂ अनुपात ਦੀ, ਰੇਸ਼ੋ, ਜਿਸ ਨੂੰ ਬੋਲਦੇ ਆ ਰੇਸ਼ੋ। अनुपात ਹੁੰਦਾ ਕੀ ਹੈ? ਸਿੰਪਲ ਭਾਸ਼ਾ 'ਚ ਗੱਲ ਕਰਾਂ, ਤੁਲਨਾ ਕਰਨਾ। दो ਇੱਕੋ ਨਾਲ ਦੀਆਂ ਵਸਤੂਆਂ ਦੀ ਤੁਲਨਾ ਕਰਨਾ अनुपात है। तुलना ਆਪਾਂ ਅੱਗੇ ਕਈ ਤਰੀਕੇ ਨਾਲ ਕਰ ਸਕਦੇ ਹਾਂ। ਉਦਾਹਰਨ ਲੈ ਕੇ ਚੱਲ ਰਿਹਾ ਮੈਂ। ਉਦਾਹਰਨ, ਰਾਮ ਦਾ ਭਾਰ 35 ਕਿਲੋਗ੍ਰਾਮ ਹੈ, ਮੈਂ ਭਾਰ ਦੀ ਗੱਲ ਕਰ ਰਿਹਾ, ਅਤੇ ਸ਼ਾਮ ਦਾ ਭਾਰ 40 ਕਿਲੋਗ੍ਰਾਮ ਹੈ। ਇੱਕ ਤੁਲਨਾ ਹੁੰਦੀ ਹੈ ਜੋੜ ਘਟਾ ਦੇ ਹਿਸਾਬ ਨਾਲ। ਜਿਵੇਂ ਆਪਾਂ ਇੱਥੇ ਕਹਿ ਸਕਦੇ ਹਾਂ, ਕਿਉਂਕਿ ਰਾਮ ਆਪਣੇ ਕੋਲੇ 35 ਕਿਲੋਗ੍ਰਾਮ ਦਾ ਭਾਰ ਰਾਮ ਦਾ, ਸ਼ਾਮ 40 ਕਿਲੋ ਦਾ ਹੈ, ਕਿ ਜਿਹੜਾ ਦੋਹਾਂ ਦਾ ਅੰਤਰ ਹੈ ਕਿੰਨਾ? 5 ਕਿਲੋਗ੍ਰਾਮ ਹੈ। ਦੋਹਾਂ ਦਾ ਜਿਹੜਾ ਅੰਤਰ ਹੈ 5 ਕਿਲੋਗ੍ਰਾਮ ਹੈ। ਮਤਲਬ ਸ਼ਾਮ ਰਾਮ ਨਾਲੋਂ 5 ਕਿਲੋਗ੍ਰਾਮ ਜ਼ਿਆਦਾ ਹੈ, ਭਾਰੀ ਹੈ, ਜਾਂ ਭਾਰ ਜ਼ਿਆਦਾ ਹੈ। ਉਲਟਾ ਵੀ ਕਹਿ ਸਕਦੇ ਹਾਂ, ਰਾਮ ਦਾ ਭਾਰ ਸ਼ਾਮ ਨਾਲੋਂ 5 ਕਿਲੋਗ੍ਰਾਮ ਘੱਟ ਹੈ, ਲਿਖ ਸਕਦੇ ਹਾਂ। ਜਿਵੇਂ ਕਲਾਸ 'ਚ ਆਪਾਂ ਗੱਲ ਕਰਦੇ ਹਾਂ, ਮੰਨ ਲਓ ਕੁੜੀਆਂ ਦੀ, ਲੜਕੀਆਂ ਦੀ ਗਿਣਤੀ ਕਲਾਸ ਦੇ ਵਿੱਚ 18 ਹੈ ਤੇ ਮੁੰਡਿਆਂ ਦੀ, ਲੜਕਿਆਂ ਦੀ ਗਿਣਤੀ ਮੰਨ ਲਓ 15 ਹੈ। ਤਾਂ ਫਿਰ ਇੱਥੇ ਕੀ ਕਹਾਂਗੇ ਕਿ ਲੜਕੀਆਂ ਦੀ ਗਿਣਤੀ ਮੁੰਡਿਆਂ ਤੋਂ 3 ਜ਼ਿਆਦਾ ਹੈ, ਜਾਂ ਮੁੰਡਿਆਂ ਦੀ ਗਿਣਤੀ ਕੁੜੀਆਂ ਤੋਂ 3 ਘੱਟ ਹੈ। ਇਹ ਹੋ ਗਿਆ ਜਦੋਂ ਆਪਾਂ ਤੁਲਨਾ ਕਰਦੇ ਹਾਂ ਜੋੜ ਘਟਾ ਦੀ ਆਪਣੀ ਆਮ ਲਾਈਫ ਦੇ ਵਿੱਚ। ਤੁਸੀਂ ਵੀ ਬਥੇਰੀ ਕੀਤੀ ਹੈ ਇਸ ਚੀਜ਼ ਦੀ। ਹੁਣ ਆਪਾਂ ਜਿਹੜੀ ਗੱਲ ਕਰਨੀ ਹੈ, ਅਸਲ 'ਚ ਅਨੁਪਾਤ ਕੀ ਹੈ? ਇਹ ਤੁਲਨਾ ਸੀ ਜੋੜ ਘਟਾ ਦੀ। ਆਪਾਂ ਜਿਹੜੀ ਗੱਲ ਕਰਨੀ ਹੈ ਉਹ ਗੱਲ ਕਰਨੀ ਹੈ ਗੁਣਾ ਤੇ ਵੰਡ ਦੇ ਅਕੋਰਡਿੰਗ। ਕਿਵੇਂ? ਗੁਣਾ ਤੇ ਵੰਡ ਦੇ ਅਕੋਰਡਿੰਗ ਕਰਨੀ ਆ ਆਪਾਂ। ਕਿਵੇਂ? ਦੇਖੋ, ਰਾਮ ਦਾ ਭਾਰ ਆਪਾਂ ਲੈ ਕੇ ਚੱਲਦੇ ਹਾਂ 12 ਕਿਲੋਗ੍ਰਾਮ। ਛੋਟਾ ਬੱਚਾ ਆਪਣੇ ਕੋਲੇ, ਉਸ ਦਾ ਵੱਡਾ ਭਰਾ ਮੋਹਨ ਲੈ ਲਿਆ ਆਪਾਂ। ਮੋਹਨ ਦਾ ਭਾਰ ਕਿੰਨਾ ਹੈ? 24 ਕਿਲੋਗ੍ਰਾਮ। ਤਾਂ ਹੁਣ ਇੱਥੇ ਅਗਰ ਆਪਾਂ ਗੁਣਾ ਵੰਡ 'ਚ ਗੱਲ ਕਰੀਏ, 12 24 ਆਪਸ 'ਚ ਕੀ ਰਿਲੇਸ਼ਨ ਹੋ ਗਿਆ? 12 ਨੂੰ ਅਗਰ ਆਪਾਂ 2 ਨਾਲ ਗੁਣਾ ਕਰਾਂਗੇ ਤਾਂ 24 ਆਣਾ ਹੈ। 24 ਆਣਾ ਹੈ। ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਮੋਹਨ ਦਾ ਭਾਰ ਰਾਮ ਦੇ ਭਾਰ ਦਾ ਦੁੱਗਣਾ ਹੈ, 2 ਗੁਣਾ ਹੈ। ਮੋਹਨ ਦਾ ਭਾਰ ਰਾਮ ਦੇ ਭਾਰ ਤੋਂ ਦੁੱਗਣਾ, ਕਿਉਂਕਿ ਆਪਾਂ ਹੁਣ ਜੋੜ ਘਟਾ ਦੀ ਗੱਲ ਨਹੀਂ ਕਰ ਰਹੇ, ਆਪਾਂ ਗੁਣਾ ਤੇ ਵੰਡ ਦੀ ਕਰ ਰਹੇ ਹਾਂ। ਜਾਂ ਉਲਟਾ ਲਿਖਾਂਗੇ, ਰਾਮ ਦਾ ਭਾਰ ਮੋਹਨ ਦੇ ਭਾਰ ਦਾ ਅੱਧਾ ਹੈ। ਇੱਕੋ ਹੀ ਗੱਲ ਹੈ। ਤਾਂ ਆਪਾਂ ਜੋ ਗੱਲ ਕਰਨੀ ਹੈ ਹੁਣ, ਇਸ ਤੇ ਗੱਲ ਕਰਨੀ ਹੈ। ਜੋ ਤੁਲਨਾ ਆਪਾਂ ਕਰਨੀ ਹੈ ਅਨੁਪਾਤਾਂ ਦੀ, ਉਹ ਆਪਾਂ ਗੁਣਾ ਤੇ ਵੰਡ ਦੇ ਵਿੱਚ ਕਰਨੀ ਹੈ। ਕਿਵੇਂ ਕਰਾਂਗੇ ਤੁਲਨਾ? ਅਨੁਪਾਤ, ਅਨੁਪਾਤ ਦਾ ਨਿਸ਼ਾਨ ਆਹ ਹੈ, 2 ਬਿੰਦੀਆਂ। ਇੱਥੇ ਦੇਖੋ, ਆਹ ਉਦਾਹਰਨ ਮੈਂ ਲੈ ਕੇ ਚੱਲਦਾ। ਤਾਂ ਫਿਰ ਆਪਾਂ ਨੂੰ ਕਿਵੇਂ ਲਿਖਾਂਗੇ? ਜਦੋਂ ਆਪਾਂ ਤੁਲਨਾ ਕਰਨੀ ਹੈ ਰਾਮ ਦੇ ਭਾਰ ਦੀ ਮੋਹਨ ਦੇ ਭਾਰ ਦੇ ਨਾਲ, ਜਾਂ ਇਹ ਵੀ ਹੋ ਸਕਦਾ ਹੈ ਆਪਾਂ ਪਹਿਲਾਂ ਮੋਹਨ ਦੀ ਗੱਲ ਕਰੀਏ, ਬਾਅਦ 'ਚ ਆਪਾਂ ਰਾਮ ਦੀ ਗੱਲ ਕਰੀਏ, ਕਿਉਂਕਿ ਇਸ 'ਚ ਫਰਕ ਹੈ। ਇਹ ਰਾਮ ਤੋਂ ਮੋਹਨ ਦੀ ਤੁਲਨਾ ਚੱਲ ਰਹੀ ਹੈ, ਇੱਥੇ ਮੋਹਨ ਦੀ ਰਾਮ ਨਾਲ। ਆ ਦੇਖੋ ਦੋਨੋਂ ਚੀਜ਼ਾਂ, ਮੋਹਨ ਦਾ ਭਾਰ ਰਾਮ ਦਾ ਦੁੱਗਣਾ ਹੈ, ਪਰ ਜਦੋਂ ਆਪਾਂ ਰਾਮ ਤੋਂ ਚੱਲਾਂਗੇ, ਰਾਮ ਦਾ ਭਾਰ ਮੋਹਨ ਦਾ ਅੱਧਾ ਹੈ, ਤਾਂ ਦੋਹਾਂ ਗੱਲਾਂ 'ਚ ਫਰਕ ਪੈ ਗਿਆ। ਤਾਂ ਇਸੇ ਕਰਕੇ ਇੱਥੇ ਆਰਡਰ ਮੈਟਰ ਕਰੂਗਾ, ਪਹਿਲਾਂ ਕੀ ਲਿਖਿਆ ਹੋਇਆ ਆਪਣਾ। ਤਾਂ ਦੇਖੋ, ਆਹ ਹੋ ਗਿਆ ਅਨੁਪਾਤ ਦਾ ਨਿਸ਼ਾਨ। ਤੁਲਨਾ ਕਰਨੀ ਹੈ ਹੁਣ, ਰਾਮ ਦਾ ਭਾਰ ਕਿੰਨਾ ਹੈ? 12, ਮੋਹਨ ਦਾ ਭਾਰ ਕਿੰਨਾ ਹੈ? 24। ਇਹਨੂੰ ਆਪਾਂ ਹੱਲ ਕਰਾਂਗੇ। ਕਿਵੇਂ ਹੱਲ ਕਰਨੇ ਆ ਆਪਾਂ ਅੱਗੇ ਗੱਲ ਕਰਦੇ ਹਾਂ। ਮੋਹਨ ਦਾ ਭਾਰ ਹੋ ਗਿਆ 24, ਰਾਮ ਦਾ ਭਾਰ ਕਿੰਨਾ ਹੋ ਗਿਆ? 12। ਤਾਂ ਇਹ ਆਪਣਾ ਜੋ ਟੌਪਿਕ ਹੈ, ਇਹ ਰੇਸ਼ੋ ਦਾ ਟੌਪਿਕ ਹੈ, ਅਨੁਪਾਤ ਦਾ ਟੌਪਿਕ ਹੈ, ਜਿੱਥੇ ਆਪਾਂ ਜਿਹੜੀ ਤੁਲਨਾ ਕਰਦੇ ਹਾਂ ਦੋ ਇੱਕੋ ਨਾਲ ਦੀਆਂ ਰਾਸ਼ੀਆਂ ਦੀ,
ਉਹ ਗੁਣਾ ਤੇ ਵੰਡ 'ਚ ਹੁੰਦਾ ਕਿ ਉਹ ਦੁੱਗਣਾ ਹੈ, ਅੱਧਾ ਹੈ, ਤਿਹਾਈ ਹੈ, 3/5 ਹੈ, ਉਹ ਚੀਜ਼ ਤੇ। ਲੇਕਿਨ ਉਸ ਤੋਂ ਪਹਿਲਾਂ ਕੁਝ ਕੁ ਗੱਲਾਂ ਦਾ ਧਿਆਨ ਰੱਖਣਾ ਹੈ ਜਦੋਂ ਆਪਾਂ ਰੇਸ਼ੋ ਦੀ ਗੱਲ ਕਰਨੀ ਹੈ। ਤਾਂ ਜੋ ਧਿਆਨ 'ਚ ਰੱਖਣਾ, ਜਿਵੇਂ ਦੇਖੋ ਮੈਂ ਇੱਥੇ ਉਦਾਹਰਨ ਲਈ ਹੋਈ ਹੈ, ਮੈਂ 12:24 ਦੀ ਗੱਲ ਕੀਤੀ ਹੈ। ਤਾਂ ਅਨੁਪਾਤ ਕੀ ਹੋ ਗਿਆ? ਦੋ ਇੱਕੋ ਨਾਲ ਦੀਆਂ, ਦੋ ਇੱਕੋ ਜਿਹੀਆਂ ਜਾਂ ਇੱਕੋ ਨਾਲ ਦੀਆਂ ਰਾਸ਼ੀਆਂ ਦੀ ਤੁਲਨਾ, ਕਿਉਂਕਿ ਦੋਨਾਂ ਦਾ ਭਾਰ ਕਿਲੋਗ੍ਰਾਮ ਸੀ। ਤਾਂ ਕੁਝ ਕੁ ਗੱਲਾਂ ਦਾ ਧਿਆਨ ਰੱਖਣਾ ਹੈ। ਸਭ ਤੋਂ ਪਹਿਲਾਂ ਜਿਹੜੀ ਇਕਾਈ ਹੈ ਉਹ ਇੱਕੋ ਨਾਲ ਦੀ ਹੋਵੇ। ਸਭ ਤੋਂ ਪਹਿਲੀ ਗੱਲ ਕਿਵੇਂ? ਇੱਥੇ ਦੋਨੋਂ ਕਿਲੋਗ੍ਰਾਮ ਸੀ, ਇਕਾਈ ਇੱਕੋ ਨਾਲ ਦੀ ਹੈ। ਇੱਕ ਐਗਜ਼ਾਮਪਲ ਆਪਾਂ ਲੜਕੇ ਤੇ ਲੜਕੀਆਂ ਦੀ ਗਿਣਤੀ ਦੀ ਗੱਲ ਕੀਤੀ ਸੀ, ਦੋਹਾਂ 'ਚ ਗਿਣਤੀ ਹੈ, ਇੱਕੋ ਨਾਲ ਦੀ ਹੈ। ਮੰਨ ਲਓ ਉਦਾਹਰਨ ਦੇ ਤੌਰ ਤੇ ਆਪਾਂ 2 ਮੀਟਰ ਦੀ 15 ਸੈਂਟੀਮੀਟਰ ਨਾਲ ਤੁਲਨਾ ਕਰਨੀ ਹੈ। ਇੱਥੇ ਦੋਨੋਂ ਇਕਾਈਆਂ ਕੀ ਨੇ? ਅਲੱਗ-ਅਲੱਗ ਨੇ। ਤਾਂ ਪਹਿਲਾਂ ਆਪਾਂ ਨੂੰ ਇਕਾਈ ਸੇਮ ਕਰਨੀ ਪਊ। ਚਾਹੇ ਤਾਂ ਦੋਨੋਂ ਮੀਟਰ 'ਚ ਬਦਲ ਲਓ ਤਾਂ ਵੀ ਕੋਈ ਦਿੱਕਤ ਨਹੀਂ, ਚਾਹੇ ਦੋਨੋਂ ਸੈਂਟੀਮੀਟਰ 'ਚ ਬਦਲ ਲਓ ਤਾਂ ਵੀ ਕੋਈ ਦਿੱਕਤ ਨਹੀਂ। ਤਾਂ ਸਭ ਤੋਂ ਪਹਿਲਾ ਸਟੈਪ ਜੋ ਤੁਸੀਂ ਧਿਆਨ 'ਚ ਰੱਖਣਾ ਹੈ ਉਹ ਕੀ ਰੱਖਣਾ ਹੈ ਕਿ ਜਿਹੜੀ ਇਕਾਈ ਹੈ ਇਹਨਾਂ ਦੀ ਉਹ ਇੱਕੋ ਨਾਲ ਦੀ ਹੋਣੀ ਚਾਹੀਦੀ ਹੈ। ਨੰਬਰ 2, ਆਪਣੇ ਕੋਲ ਉਰੇ ਕਿੰਨੀਆਂ ਰਾਸ਼ੀਆਂ ਅਨੁਪਾਤ 'ਚ? 2 ਰਾਸ਼ੀਆਂ ਹੈ। ਅਨੁਪਾਤ ਦੀ ਦੋਵੇਂ ਰਾਸ਼ੀਆਂ ਨੂੰ ਇੱਕ ਨਿਸ਼ਚਿਤ ਸੰਖਿਆ ਨਾਲ ਗੁਣਾ ਜਾਂ ਵੰਡ ਕੀਤਾ ਜਾ ਸਕਦਾ ਹੈ। ਹੁਣ ਦੂਜਾ ਸਟੈਪ ਕੀ ਲਿਖਿਆ ਹੈ ਕਿ ਅਨੁਪਾਤ ਦੀਆਂ ਦੋਹੋਂ ਰਾਸ਼ੀਆਂ ਨੂੰ ਇੱਕ ਨਿਸ਼ਚਿਤ ਸੰਖਿਆ ਨਾਲ ਗੁਣਾ ਜਾਂ ਵੰਡ ਕੀਤਾ ਜਾ ਸਕਦਾ। ਇਹਦਾ ਮਤਲਬ ਕੀ ਹੈ ਮੈਂ ਸਮਝਾਣਾ। ਆਪਣੇ ਕੋਲੇ 12:24 ਹੈ। ਇਹ ਦੋਨੋਂ ਕਿਹੜੇ ਪਹਾੜੇ ਤੇ ਵੰਡੇ ਜਾਂਦੇ ਆ? 2 ਦੇ ਪਹਾੜੇ ਤੇ ਵੰਡੇ ਜਾਂਦੇ ਆ। ਤਾਂ ਨਿਸ਼ਚਿਤ ਸੰਖਿਆ ਕੀ ਹੋਗੀ? 2 ਹੋਗੀ। ਆਪਾਂ ਦੋਹਾਂ ਨੂੰ 2 ਨਾਲ ਵੰਡ ਵੀ ਕਰ ਸਕਦੇ ਹਾਂ, ਆਪਾਂ ਦੋਹਾਂ ਨੂੰ 2 ਨਾਲ ਗੁਣਾ ਵੀ ਕਰ ਸਕਦੇ ਹਾਂ। 2 ਨਾਲ ਵੰਡਿਆ, 12 ਨੂੰ 2 ਨਾਲ ਵੰਡਿਆ 6, 24 ਨੂੰ 2 ਨਾਲ ਵੰਡਿਆ 12। ਠੀਕ। ਜਾਂ ਅਗਰ ਮੈਂ ਹੋਰ ਦੇਖਾਂ, ਇਹ ਦੋਨੋਂ 3 ਦੇ ਪਹਾੜ ਤੇ ਵੀ ਵੰਡੇ ਜਾਂਦੇ ਆ ਨਾ। ਤਾਂ ਦੋਹਾਂ ਨੂੰ ਬਦਲਣਾ ਹੈ। ਇਹ ਨਹੀਂ ਹੈਗਾ ਇੱਕ ਨੂੰ ਵੰਡਤਾ ਦੂਜੇ ਨੂੰ ਨਹੀਂ ਵੰਡਿਆ ਜਾਂ ਦੂਜਾ ਵੰਡਤਾ ਪਹਿਲਾਂ ਨਹੀਂ ਵੰਡਿਆ। ਦੋਹਾਂ ਤੇ ਇੱਕ ਸੰਖਿਆ ਨਾਲ ਜਾਂ ਗੁਣਾ ਕਰ ਸਕਦੇ ਹਾਂ ਜਾਂ ਆਪਾਂ ਵੰਡ ਕਰ ਸਕਦੇ ਹਾਂ। ਮੰਨ ਲਓ ਮੈਂ 3 ਨਾਲ ਵੰਡਦਾ, 12 ਨੂੰ 3 ਨਾਲ ਵੰਡਿਆ 4, 24 ਨੂੰ 3 ਨਾਲ ਵੰਡਿਆ 8। ਤਾਂ ਇਹ ਹੋ ਗਿਆ ਦੂਸਰਾ ਰੂਲ ਕਿ ਆਪਾਂ ਅਨੁਪਾਤ ਦੀਆਂ ਦੋਹਾਂ ਰਾਸ਼ੀਆਂ ਨੂੰ ਇੱਕ ਨਿਸ਼ਚਿਤ ਸੰਖਿਆ ਨਾਲ ਗੁਣਾ ਜਾਂ ਵੰਡ ਕਰ ਸਕਦੇ ਹਾਂ। ਤੀਸਰਾ, ਅਨੁਪਾਤ ਹਮੇਸ਼ਾ ਸਰਲਤਮ ਰੂਪ ਵਿੱਚ ਹੁੰਦਾ ਹੈ। ਸਰਲਤਮ ਰੂਪ ਜਾਂ ਮਿਆਰੀ ਰੂਪ ਵੀ ਬੋਲਦੇ ਆ, ਸਿੰਪਲੈਸਟ ਫਾਰਮ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ, ਆ ਦੇਖੋ ਉਦਾਹਰਨ ਮੈਂ ਲੈ ਕੇ ਚੱਲ ਰਿਹਾ। ਇਹੀ ਉਦਾਹਰਨ ਆਪਾਂ ਗੱਲ ਕੀਤੀ ਸੀ 12:24 ਦੀ। ਸਰਲਤਮ ਰੂਪ ਜਾਂ ਮਿਆਰੀ ਰੂਪ ਕੀ ਹੁੰਦਾ ਹੈ? ਅਗਰ ਇਹ ਦੋਨੋਂ ਕਿਸੇ ਪਹਾੜ ਤੇ ਵੰਡੇ ਜਾਂਦੇ ਆ ਤਾਂ ਇਹਨੂੰ ਵੰਡੋ, ਜਿੱਥੇ ਇਹ ਨਹੀਂ ਵੰਡੇ ਜਾਂਦੇ ਉੱਥੇ ਛੱਡ ਦਿਓ। ਕਿਵੇਂ? ਦੇਖੋ ਦੋਨੇ 2 ਦੇ ਪਹਾੜ ਤੇ ਵੰਡੇ ਗਏ, 2 ਛਿਕੇ 12, 12 ਦੂਣਾ 24। ਹੁਣ ਦੋਨੋਂ ਫੇਰ 2 ਦੇ ਪਹਾੜ ਤੇ ਵੰਡੇ ਗਏ, 2 ਤੀਆ 6, 6 ਦੂਣੀ 12। ਹੁਣ 3 ਦੇ ਪਹਾੜ ਤੇ ਵੰਡੇ ਗਏ, 3 ਏਕਮ 3, 3 ਦੂਣੀ 6। ਹੁਣ ਇਹ ਤੋਂ ਬਾਅਦ ਨਹੀਂ ਵੰਡੇ ਜਾਂਦੇ ਤਾਂ ਇਹਦਾ ਮਤਲਬ ਆਹ ਇਹਦਾ ਮਿਆਰੀ ਰੂਪ ਹੈ। ਕਿਉਂਕਿ ਆਪਾਂ ਹੁਣ ਜੋ ਗੱਲ ਕਰਨੀ ਹੈ ਇਹਨੂੰ ਕਹਿੰਦੇ ਨੇ ਅਨੁਪਾਤ ਨੂੰ ਹੱਲ ਕਰਨਾ। ਆਪਾਂ ਇਸੇ ਤੇ ਗੱਲ ਕਰਨੀ ਹੈ। ਮੈਂ ਇੱਕ ਉਦਾਹਰਨ ਹੋਰ ਲੈ ਰਿਹਾ ਛੋਟੀ ਜੀ, ਥੋੜੀ ਜਿਹੀ ਹੋਰ ਕਲੀਅਰ ਕਰਨ ਲਈ। ਮੰਨ ਲਓ ਆਪਣੇ ਕੋਲੇ ਆ ਗਿਆ 15:24। ਇੱਕ ਉਦਾਹਰਨ ਹੈ। ਕੀ ਇਹ ਸਰਲਤਮ ਰੂਪ 'ਚ ਹੈ? ਆਪਾਂ ਦੇਖਦੇ ਹਾਂ। ਇਹ ਦੋਨੋਂ ਕਿਹੜੇ ਪਹਾੜ ਤੇ ਵੰਡੇ ਜਾਂਦੀਆਂ ਸੰਖਿਆਵਾਂ? 3 ਤੇ। 15 ਨੂੰ 3 ਨਾਲ ਵੰਡਿਆ 5, 24 ਨੂੰ 3 ਨਾਲ ਵੰਡਿਆ 8। ਹੁਣ ਇਹ ਦੋਨੋਂ ਕਿਸ ਪਹਾੜ ਤੇ ਵੰਡੇ ਜਾਂਦੇ ਆ? 5 ਅਤੇ 8 ਕਿਸੇ ਪਹਾੜ ਤੇ ਵੰਡੇ ਜਾਂਦੇ ਨੇ? ਇੱਕੋ ਨਾਲ ਦੇ ਪਹਾੜ ਤੇ ਨਹੀਂ ਵੰਡੇ ਜਾਂਦੇ। ਤਾਂ ਇਹਦਾ ਮਤਲਬ ਇਹਦਾ ਸਰਲਤਮ ਰੂਪ ਕੀ ਆ ਗਿਆ? 5:8। ਜਾਂ ਇਹਨੂੰ ਹੱਲ ਕਰਕੇ ਕਿੰਨਾ ਆ ਗਿਆ? 5:8। ਤਾਂ ਜਿਹੜੇ ਇਹਦੇ ਮੇਨ ਆ 3 ਪ੍ਰੋਪਰਟੀਜ਼ ਨੇ, 3 ਸ਼ਰਤਾਂ ਨੇ, ਜਿਸ ਦੇ ਹਿਸਾਬ ਨਾਲ ਆਪਾਂ ਅਨੁਪਾਤ ਨੂੰ ਹੱਲ ਕਰਨਾ ਹੈ ਜਾਂ 2 ਰਾਸ਼ੀਆਂ ਦੀ ਤੁਲਨਾ ਕਰਨੀ ਹੈ। ਕੁਝ ਉਦਾਹਰਨਾਂ ਲੈ ਕੇ ਚੱਲਦੇ ਹਾਂ ਹੁਣ ਆਪਾਂ।
एग्जाम्पल लैंदे कुछ का आपां हुण इहनूं हल करन दे लई। सिंपल क्वेश्चन की गल करते हैं स्टार्टिंग। अनुपात पता करो। पहला क्वेश्चन 12 का 18 नाल। हुण 12 का 18 नाल अनुपात पता करना है। ये हो गया 12 अनुपात 18। दोनों किहड़े पहाड़े ते वंडे जांदे आ? 2 ते। मैं साइड ते लिख दिना ताकि ध्यान च रह जाए। 2 नाल वंडन ते 12 नूं 2 नाल वंडिया 6, 18 नूं 2 नाल वंडिया 9। अपने कोले इनू हल किया कितना आ गया 6 अनुपात 9। हुणे दोनों किहड़े पहाड़ ते वंडे जांदे आ? 3 ते। 3 नाल वंडन ते 3 दूना 6, 3 9। हुणे किसी भी पहाड़ ते नहीं वंडे जाते तो अपना आंसर कितना आ गया 2 अनुपात 3। अगे देखते हैं 35 का 49 नाल। ठीक 35 अनुपात 49। दोनों किहड़े पहाड़ ते वंडे जाते हैं? सोच के देखो 7 ते। तो की लिखांगे 7 नाल वंडन ते 35 नूं 7 नाल वंडिया 7 5 35, 7 7 49। तो हल किया, हल करके अपने कोल कितना आ गया 5 अनुपात 7। इस तो बाद यह किसी भी पहाड़े ते नहीं वंडे जाते तो यह किहड़ा रूप आ गया? सरलतम रूप आ गया। अगे देखते हैं 36 का 28 नाल। तो 36 अनुपात 28। इत्थे देखो फिलहाल मैं कोई इकाई नहीं लैके चल रहा, मीटर सेंटीमीटर किलोग्राम। आप पहला सिंपल अनुपात हल करना सीखते हैं। हुण दोनों किहड़े पहाड़ ते वंडे जाते हैं? 2 ते। 2 नाल वंडन ते 36 नूं 2 नाल वंडिया 18, 28 नूं 2 नाल वंडिया 14। हुण दोनों दोबारा फिर 2 ते वंडे गए 2 नाल वंडन ते 18 नूं 2 नाल वंडिया 9, 14 नूं 2 नाल वंडिया 7। तो आंसर कितना आ गया 9 अनुपात 7। यह भी हो सकता है तुहाडे चों कईयां नूं चंगी तरह पहाड़ा पता होवे, तुसीं डायरैक्ट इहनूं तुहानूं पता है ये 4 दे पहाड़े ते जांदे आ, तो तुसीं डायरैक्ट इहनूं 4 नाल भी वंड सकदे हो। ये तुहाडे ते है तुहानूं पहाड़े किवें आंदे आ। 4 ना आ 36, 7 चौक 28। फर्क की पै गया? इत्थे 2 स्टैप लए ने, इत्थे की फर्क पै गया? इत्थे आपां 1 स्टैप दे विच काम कीता। हुण इत्थे तां देखो मैं कोई भी इकाई नहीं लई। हुण आपां कुछ इकाइयां दी गल करदे हां। उदाहरण लैके चलदे हां अगे। 50 सेंटीमीटर का 2 मीटर नाल। हुण जिहड़ा आपां अनुपात पता करना है वो किहदा किहदा करना है? 50 सेंटीमीटर का मीटर दे नाल। तो सब तो पहला काम की है? आपां इकाई सेम करांगे, या तो दोनों सेंटीमीटर च कर दो या दोनों मीटर च कर दो। तो सौखा है आपां छोटी च बदल दांगे। 1 मीटर दे विच किन्ने सेंटीमीटर हुंदे ने? 100 सेंटीमीटर। अपने कोल किन्ने मीटर ने? 2 मीटर। तो यह हो गया 2 गुना 100, 200 सेंटीमीटर। तो फिर जिहड़ा आपां अनुपात पता करना है हुण किहदा किहदा करना है? 50 सेंटीमीटर का 200 सेंटीमीटर नाल। इकाइयां सेम हो गया। हुण आपां अनुपात शुरू करांगे। देखो सब तो पहले 0 आप डायरैक्ट कर सकते हैं। 1 0 1 0 घट गई, क्योंकि 1 0 का मतलब बेसिकली की हो गया 10 नाल वंडन ते। 1 0 का मतलब देखो की हो गया 10 नाल वंडन ते। तो आप सौखा बनाने सीधा 1 0 कट सकते हैं। तुसीं इहनूं डायरैक्ट ऐं भी लिख सकते हो क्योंकि ਇਹਦਾ मतलब वंडना ही है। तो यह हो गया 5 अनुपात 20। हुण ये दोनों किहड़े पहाड़ ते वंडे गए? 5 ते। तो 5 नाल वंडन ते दोहां नूं 5 नाल वंडिया 5 एकम 5, 5 चौका 20। हुण ये किसी भी पहाड़ ते होर नहीं वंडे जाते। ਇਹਦਾ की आ गया? सरलतम रूप आ गया, म्यारी रूप आ गया। तो अपना आंसर की आ गया उस क्वेश्चन का 1 अनुपात 4। होर एग्जाम्पल आप लैके चलते हैं। अनुपात पता करना है 2 हफ्ते का
10 ਦਿਨਾਂ ਦੇ ਨਾਲ। ਹੁਣ ਇੱਥੇ ਦੇਖੋ ਸਭ ਤੋਂ ਪਹਿਲਾਂ ਕੀ ਦੇਖਣੇ ਆ, ਇਕਾਈ। ਇੱਥੇ ਹਫ਼ਤੇ ਹੈ, ਇੱਥੇ ਕੀ ਹੈ ਆਪਣੇ ਕੋਲੇ, ਦਿਨ ਹੈ, ਇਹੀ ਹੈ ਨਾ। ਤਾਂ ਸਭ ਤੋਂ ਪਹਿਲਾਂ ਕੀ ਕਰਾਂਗੇ ਆਪਾਂ, ਇਕਾਈ ਸੇਮ ਕਰਾਂਗੇ, ਹਫ਼ਤੇ ਨੂੰ ਦਿਨ ਚ ਬਦਲਾਂਗੇ। ਇੱਕ ਹਫ਼ਤੇ ਦੇ ਵਿੱਚ ਕਿੰਨੇ ਦਿਨ ਹੁੰਦੇ ਨੇ, 7 ਦਿਨ। ਆਪਣੇ ਕੋਲ ਕਿੰਨੇ ਹਫ਼ਤੇ ਹੈ, 2 ਹਫ਼ਤੇ। ਤਾਂ 2 ਦੇ ਵਿੱਚ ਕਿੰਨੇ ਹੋ ਗਏ, 14 ਦਿਨ। ਤਾਂ ਫਿਰ ਅਨੁਪਾਤ ਕੀ ਆ ਗਿਆ, 2 ਹਫ਼ਤੇ ਜਾਂ 14 ਦਿਨਾਂ ਦਾ 10 ਦਿਨਾਂ ਦੇ ਨਾਲ। ਤਾਂ ਆਪਾਂ ਕਿਹਦਾ ਕਿਹਦਾ ਅਨੁਪਾਤ ਪਤਾ ਕਰਨਾ ਹੈ, 2 ਹਫ਼ਤੇ ਦਾ ਕਿੰਨਾ ਹੋ ਗਿਆ, 14 ਦਿਨ, ਉਧਰੋਂ ਕਿੰਨਾ ਹੋ ਗਿਆ, 10 ਦਿਨ। ਆਪਣੇ ਕੋਲ ਕਿੰਨਾ ਆ ਗਿਆ, 14:10। ਦੋਨੇ ਕਿਹੜੇ ਪਹਾੜ ਤੇ ਵੰਡੇ ਗਏ, 2 ਤੇ। ਤਾਂ ਕੀ ਕਰਾਂਗੇ ਫਿਰ, 2 ਨਾਲ ਵੰਡਣ ਤੇ। 14 ਨੂੰ 2 ਨਾਲ ਵੰਡਿਆ, 2 7 14, 10 ਨੂੰ 2 ਨਾਲ ਵੰਡਿਆ, 2 5 10। ਹੱਲ ਕੀਤਾ, ਹੱਲ ਕਰਕੇ ਕਿੰਨਾ ਆ ਗਿਆ ਆਪਣੇ ਕੋਲੇ, 7:5। ਦੇਖੋ ਸਭ ਤੋਂ ਪਹਿਲੀ ਸ਼ਰਤ ਜਿਹੜੀਆਂ ਆਪਾਂ 3 ਸ਼ਰਤਾਂ ਸੀ ਉਹ ਤੇ ਬਹੁਤ ਧਿਆਨ ਰੱਖਣਾ ਹੈ। ਸਾਰੇ ਅਨੁਪਾਤ ਦੇ ਵਿੱਚੋਂ ਸ਼ਰਤਾਂ ਚੱਲਦੀਆਂ ਨੇ ਆਪਣੀਆਂ। ਹੁਣ ਅੱਗੇ ਆਪਾਂ ਐਗਜ਼ਾਮਪਲ ਲੈ ਕੇ ਚੱਲਦੇ ਹਾਂ। 45 ਪੈਸੇ ਦਾ 1 ਰੁਪਏ ਨਾਲ ਅਨੁਪਾਤ ਪਤਾ ਕਰਨਾ ਹੈ। ਫਿਰ ਉਹੀ ਗੱਲ, ਇੱਥੇ ਪੈਸੇ ਹੈ, ਇੱਥੇ ਕੀ ਹੈ, ਰੁਪਏ। ਤੇ ਆਪਾਂ ਨੂੰ ਪਤਾ ਹੈ 1 ਰੁਪਇਆ ਕਿਹਦੇ ਬਰਾਬਰ ਹੈ, 100 ਪੈਸੇ ਦੇ। ਤਾਂ ਫਿਰ ਕੀ ਕਰਾਂਗੇ, 1 ਰੁਪਏ ਦੀ ਥਾਂ ਤੇ ਕੀ ਹੋ ਗਿਆ ਆਪਣੇ ਕੋਲੇ, 100 ਪੈਸੇ। 45 ਪੈਸਿਆਂ ਦਾ 100 ਪੈਸਿਆਂ ਨਾਲ ਆਪਾਂ ਕੀ ਕਰਨਾ ਹੈ, ਅਨੁਪਾਤ ਪਤਾ ਕਰਨਾ ਹੈ। 45:100। ਦੋਨੇ ਕਿਹੜੇ ਪਹਾੜ ਤੇ ਵੰਡੇ ਗਏ, 5 ਤੇ। 5 ਨਾਲ ਵੰਡਣ ਤੇ 45, 5 ਨਾਏ 45, 100 ਨੂੰ ਵੰਡਿਆ, 5 ਦੂਣੀ 10, 0 ਉਵੇਂ ਦੀ ਉਵੇਂ। ਹੁਣ ਇਹ ਦੋਨੋਂ ਕਿਹੜੇ ਪਹਾੜ ਤੇ ਵੰਡੇ ਜਾਂਦੇ ਆ, 9:20। ਚੈੱਕ ਕਰਕੇ ਦੇਖੋ, ਸੋਚ ਕੇ ਦੇਖੋ, ਇਹ ਦੋਨੋਂ ਕਿਸੇ ਪਹਾੜੇ ਤੇ ਨਹੀਂ ਵੰਡੇ ਜਾਂਦੇ। ਤਾਂ ਫਿਰ ਇਹਦਾ ਮਤਲਬ ਫਿਰ ਕੀ ਹੋ ਗਿਆ, ਕੀ ਹੋ ਗਿਆ ਇਹਦਾ ਮਤਲਬ, ਇਹਦਾ ਮਤਲਬ ਇਹ ਹੋ ਗਿਆ ਆਪਣਾ ਇੱਥੇ ਕੀ ਆ ਗਿਆ, ਆਂਸਰ ਆ ਗਿਆ। ਅੱਗੇ ਐਗਜ਼ਾਮਪਲ ਲੈ ਕੇ ਚੱਲਦੇ ਹਾਂ ਆਪਾਂ। ਅਗਲਾ ਕੁਐਸਚਨ ਇੱਕ ਹੋਰ ਲੈ ਕੇ ਚੱਲਦੇ ਹਾਂ ਆਪਾਂ। ਕੁਐਸਚਨ ਹੈ ਆਪਣਾ 30 ਸੈਂਟੀਮੀਟਰ ਦਾ 1.5 ਮੀਟਰ ਨਾਲ 1.5 ਮੀਟਰ ਨਾਲ ਆ ਰਿਹਾ ਸੈਂਟੀਮੀਟਰ, ਆ ਰਿਹਾ ਮੀਟਰ। ਤਾਂ ਮੀਟਰ ਨੂੰ ਆਪਾਂ ਕੀ ਕਰਾਂਗੇ, ਸੈਂਟੀਮੀਟਰ ਚ ਬਦਲਦੇ ਹਾਂ ਕਿਉਂਕਿ ਵੱਡੀ ਇਕਾਈ ਹੈ। ਤਾਂ 1 ਮੀਟਰ ਕਿਹਦੇ ਬਰਾਬਰ ਆ ਗਿਆ, 100 ਸੈਂਟੀਮੀਟਰ। ਫਿਰ 1.5 ਮੀਟਰ ਆਪਾਂ 100 ਦੇ ਨਾਲ ਕੀ ਕਰ ਦਾਂਗੇ, ਗੁਣਾ। ਹੁਣ ਇਹਨੂੰ ਕਿਵੇਂ ਹੱਲ ਕਰਾਂਗੇ, ਦਸ਼ਮਲਵ ਹੈ, ਦਸ਼ਮਲਵ ਹਟਾਇਆ ਨੀਚੇ ਕਿਉਂਕਿ ਇੱਕ ਸੰਖਿਆ 1 0, 1 0 ਨਾਲ 1 0 ਕੱਟ ਗਈ, ਇਹ ਕਿੰਨਾ ਹੋ ਗਿਆ, 150। ਤਾਂ ਫਿਰ 1.5 ਮੀਟਰ ਦਾ ਮਤਲਬ ਕਿੰਨਾ ਹੋ ਗਿਆ, 150 ਸੈਂਟੀਮੀਟਰ। ਦੋਨੇ ਇਕਾਈਆਂ ਕੀ ਹੋ ਗਈਆਂ, ਸੇਮ। ਤਾਂ ਹੁਣ ਜਿਹੜਾ ਆਪਾਂ ਅਨੁਪਾਤ ਪਤਾ ਕਰਨਾ ਹੈ ਆਪਾਂ ਕਰ ਸਕਦੇ ਹਾਂ, ਕਿਉਂ, ਕਿਉਂਕਿ ਦੋਹਾਂ ਦੀਆਂ ਇਕਾਈਆਂ ਕੀ ਆ ਗਈਆਂ, ਸੇਮ ਆ ਗਈਆਂ। ਸਭ ਤੋਂ ਪਹਿਲਾਂ ਜਿਹੜੀ ਮੈਂ ਗੱਲ ਕਹੀ ਸੀ ਦੇਖੋ 0 ਦੀ, 1 0 ਨਾਲ 1 0 ਕੱਟੀ ਗਈ, ਜਾਂ ਇਹਦਾ ਮਤਲਬ ਕੀ ਹੋ ਗਿਆ, 10 ਨਾਲ ਵੰਡਣ ਤੇ। ਤਾਂ ਪਿੱਛੇ ਕੀ ਬਚਿਆ ਆਪਣੇ ਕੋਲੇ, 3:15। ਦੋਨੋਂ ਕਿਹੜੇ ਪਹਾੜ ਤੇ ਵੰਡੇ ਗਏ, 3 ਤੇ। 3 ਨਾਲ ਵੰਡਣ ਤੇ 3 ਏਕਮ 3, 5 ਤੀਏ 15। ਤਾਂ ਹੱਲ ਕੀਤਾ, ਹੱਲ ਕਰਕੇ ਆਪਣੇ ਕੋਲ ਅਨੁਪਾਤ ਕਿੰਨਾ ਆ ਗਿਆ, 1:5। ਹੋਰ ਐਗਜ਼ਾਮਪਲ ਲੈ ਕੇ ਚੱਲਦੇ ਹਾਂ ਆਪਾਂ ਤਾਂ ਕਿ ਟੌਪਿਕ ਹੋਰ ਕਲੀਅਰ ਹੋ ਜਾਏ ਆਪਣੇ ਕੋਲੇ। ਨੈਕਸਟ ਐਗਜ਼ਾਮਪਲ ਲੈ ਰਹੇ ਹਾਂ ਆਪਾਂ, ਅਨੁਪਾਤ ਪਤਾ ਕਰਨਾ ਹੈ 1 ਲੀਟਰ ਦਾ 450 ਮਿਲੀਲੀਟਰ ਨਾਲ। ਆਪਾਂ ਹੁਣ ਅਨੁਪਾਤ ਕਿਸ ਦਾ ਪਤਾ ਕਰਨਾ, ਇਹਨਾਂ ਦਾ। ਆ ਰਿਹਾ ਲੀਟਰ, ਆ ਰਿਹਾ ਮਿਲੀਲੀਟਰ। ਵੱਡਾ ਕਿਹੜਾ ਹੈ, ਲੀਟਰ। ਤਾਂ 1 ਲੀਟਰ ਦੇ ਵਿੱਚ ਕਿੰਨੇ ਮਿਲੀਲੀਟਰ ਹੁੰਦੇ ਨੇ, 1000 ਹੁੰਦੇ ਆ। ਤਾਂ ਫਿਰ 1 ਲੀਟਰ ਦੀ ਜਗ੍ਹਾ ਤੇ ਕਿੰਨਾ ਆ ਗਿਆ, 1000 ਮਿਲੀਲੀਟਰ। ਆ ਆਪਣੇ ਕੋਲ ਕਿੰਨਾ ਪਿਆ, 450। ਇਕਾਈਆਂ ਸੇਮ ਹੋ ਗਈਆਂ, ਆਪਾਂ ਅਨੁਪਾਤ ਕੱਢ ਸਕਦੇ ਹਾਂ। ਤਾਂ ਸਭ ਤੋਂ ਪਹਿਲਾਂ ਦੇਖੋ 1 0, 1 0 ਕੱਟਣ ਦਾ ਅਸਲ ਮਤਲਬ ਕੀ ਹੈ, 10 ਨਾਲ ਵੰਡਣ ਤੇ। ਇਹ ਚੀਜ਼ ਮੈਂ ਤਾਂ ਲਿਖ ਰਿਹਾ ਕਿ ਤੁਹਾਨੂੰ ਪਤਾ ਲੱਗ ਜਾਏ ਆਪਾਂ ਕਿਵੇਂ ਕਰ ਰਹੇ ਹਾਂ ਕੰਮ। ਕੀ ਬਚ ਗਿਆ ਪਿੱਛੇ, 100:45। ਹੁਣ ਇਹ ਦੋਨੋਂ ਕਿਹੜੇ ਪਹਾੜ ਦੇ ਵੰਡੇ ਗਏ, ਦੇਖੋ 5 ਤੇ। 5 ਨਾਲ ਵੰਡਣ ਤੇ
5 दूनी 10 0 ओमे दी ओमे 9 5 45। हुण यह की है, ये अपने कोले की आ गया, म्यारी रूप आ गया, सरलतम रूप आ गया जिस नाल आपां क्वेश्चन नूं हल करते हैं। नैक्सट देखते हैं आपां। नैक्सट है 45 मिनटां दा 2 घंटियां नाल। तो हुण अनुपात पता करना है किहदा किहदा, 45 मिनटां दा 2 घंटियां नाल। इत्थे की है मिनट, इत्थे की है घंटे। वड्डी इकाई किहड़ी है घंटे। एक घंटे च किन्ने मिनट हुंदे ने 60 मिनट। अपने कोल किन्ने घंटे ने 2, तो 2 घंटियां च किन्ने होणगे मिनट। तो करना की है फिर आपां 45 मिनटां दा 2 घंटे 120 मिनट दे नाल की करना है, अनुपात पता करना है। ठीक हो गया। देखो सब तो पहला काम यही आप इकाइयां का देखना है। अगर इकाई सेम है फिर पहली शर्त इकाई सेम होनी चाहिए है। दोनों किहड़े पहाड़ ते वंडे गए 5 ते, 5 नाल वंडन ते वंडिया 9 5 45 120 नूं वंड के देखो 5 दूना 10 2 0 5 चौका 20। हुण ये दोनों किसे पहाड़ ते वंडे जांदे ने, चैक करो 3 ते, 3 नाल वंडन ते 3 नाल वंडिया 30 9 24 नूं वंडिया 8 तिया 24। हुण देखो कि यह दोनों किसी होर पहाड़ ते वंडे जांदे ने, नहीं वंडे जांदे। तो अपने कोल जो आंसर आ गया वो की आ गया 3:8। एक होर लेना एग्जाम्पल आपां। क्वेश्चन है अपने कोले अनुपात पता करना है 750 ग्राम का 2.5 किलोग्राम के नाल। आ की है ग्राम, यह किलोग्राम। 1 किलोग्राम च किन्ने ग्राम होंगे 1000 ग्राम, 1000 होंगे ने। तो 2.5 च किन्ने होणगे 2.5 नाल की कर दांगे गुना। दशमलव नूं हटाओ की लिख सकते हैं 1 संख्या 25 एकम 25 2 0। तो फिर यदा मतलब ये अपने कोले की बन गया 2500 ग्राम। इधर किन्ने ग्राम चलते हैं अपने को चल रहे ने 750 ग्राम। दोनों इकाइयां हो गई सेम। पहली शर्त इकाई सेम है वो आप कर ली। दूजी शर्त की सी आप एक फिक्स नंबर नाल एक निश्चित संख्या नाल दोहां पासे गुना या वंड कर सकते हैं, वो आप करते आ रहे हैं। तीजी शर्त की सी सरलतम रूप च चाहिए। सरलतम रूप का मतलब की है दोने राशियां किसी भी होर पहाड़े ते ना वंडियां जान। तो वो 3 स्टैप के नाल अपना ये अनुपात हल होंदा है। हुण इत्थे देखते हैं आपां 1 0 आ रही 1 0 आ रही, आप डायरैक्ट 0 कटती। क्यों कटी गई आप की लिखते हैं इत्थे 10 नाल वंडन ते ये आ गया 75:250। हुण दोनों किहड़े पहाड़ ते वंडे गए देखो, एक दे पिछे 5 है एक दे पिछे 0 है। 5 नाल वंडन ते इनू वंडिया 15 5 75 5 5 25 आ 0 ओमे दी ओमे। दोबारा देखो फिर यह 5 नाल वंडे गए 5 नाल वंडन ते 5 तीए 15 5 एकम 5 0। हुण इन्हां दोहां नूं देखो कि यह दोनों किसी होर पहाड़ ते वंडे जांदे ने, नहीं वंडे जांदे। तो इनू हल किया अपने कोल कितना आंसर आ गया 3:10। कितना आ गया 3:10। होर एग्जाम्पल लैके चलते हैं आप एक इकाई दी। एग्जाम्पल है अनुपात पता करना है आप 6 सेंटीमीटर का 32 मिलीमीटर का। आप अनुपात पता करना है। इत्थे सेंटीमीटर इत्थे मिलीमीटर। वड्डी इकाई किहड़ी है सेंटीमीटर। 1 सेंटीमीटर च किन्ने मिलीमीटर होंदे ने 10। अपने कोल किन्ने सेंटीमीटर है 6 सेंटीमीटर। तो 6 गुना 10 किन्ने मिलीमीटर हो गए 60। तो फिर 6 सेंटीमीटर की बन गया 60 मिलीलीटर। ये हो गया 32 मिलीमीटर। दोनों किहड़े पहाड़ ते वंडे जांदे आ देखो 2 ते वंडे गए 2 नाल वंडन ते इनू 2 नाल वंडिया 30 इनू 2 नाल वंडिया 16। दोबारा फिर 2 नाल वंडे गए 15 दूनी 30
8 दूनी 16 या ਤੁਹਾਨੂੰ ਕਿਹਾ ਹੋਇਆ ਅਗਰ ਡਾਇਰੈਕਟ ਤੁਹਾਨੂੰ ਲੱਗਦਾ 4 ਦੇ ਪਹਾੜ ਤੇ ਵੰਡ ਸਕਦੇ ਹੋ ਤਾਂ ਵੰਡ ਦਿਓ ਤਾਂ ਇਹ ਆ ਗਿਆ ਦੇਖੋ ਆਪਣੇ ਕੋਲੇ ਆਨਸਰ 15:8 ਹੁਣ ਇਹ ਦੋਨੋਂ ਕਿਸੇ ਹੋਰ ਪਹਾੜ ਤੇ ਵੰਡੇ ਜਾਂਦੇ ਆ ਨਹੀਂ ਵੰਡੇ ਜਾਂਦੇ ਤਾਂ ਇਹਦਾ ਮਤਲਬ ਇਹ ਆਪਣਾ ਆਨਸਰ ਆ ਗਿਆ ਤਾਂ ਦੇਖੋ ਇਹ ਸੀ ਅਨੁਪਾਤ ਨੂੰ ਹੱਲ ਕਰਨਾ ਕੀ ਗੱਲ ਕੀਤੀ ਆਪਾਂ ਹੁਣ ਤੱਕ ਅਨੁਪਾਤ ਦੋ ਇੱਕੋ ਨਾਲ ਦੀਆਂ ਰਾਸ਼ੀਆਂ ਦੀ ਤੁਲਨਾ ਦੋ ਇੱਕੋ ਨਾਲ ਦੀਆਂ ਰਾਸ਼ੀਆਂ ਦੀ ਤੁਲਨਾ ਸਭ ਤੋਂ ਪਹਿਲਾ ਪੁਆਇੰਟ ਕੀ ਸੀ ਦੋਨਾਂ ਰਾਸ਼ੀਆਂ ਦੀ ਜਿਹੜੀ ਇਕਾਈ ਹੈ ਕੀ ਹੋਵੇ ਬਰਾਬਰ ਕਿਉਂਕਿ ਇੱਕੋ ਨਾਲ ਦੀਆਂ ਹੈ ਜਾਂ ਦੋਨੇ ਮੀਟਰ ਹੋਣ ਜਾਂ ਸੈਂਟੀਮੀਟਰ ਹੋਣ ਜਾਂ ਗ੍ਰਾਮ ਹੋਣ ਜਾਂ ਕਿਲੋਗ੍ਰਾਮ ਹੋਣ ਜਾਂ ਦੋਨੇ ਘੰਟੇ ਹੋਣ ਜਾਂ ਦੋਨੇ ਮਿੰਟ ਹੋਣ ਤਾਂ ਪਹਿਲੀ ਕੰਡੀਸ਼ਨ ਇੱਕ ਇਕਾਈ ਜਿਹੜੀ ਹੋਣੀ ਚਾਹੀਦੀ ਹੈ ਬਰਾਬਰ ਹੋਣੀ ਚਾਹੀਦੀ ਹੈ ਦੂਸਰਾ ਇੱਕ ਨਿਸ਼ਚਿਤ ਸੰਖਿਆ ਜਿਹਨੂੰ ਆਪਾਂ ਕਹਿੰਦੇ ਪਹਾੜਾ ਨਾਲ ਦੋਨਾਂ ਰਾਸ਼ੀਆਂ ਨੂੰ ਗੁਣਾ ਜਾਂ ਵੰਡ ਕੀਤਾ ਜਾਂਦਾ ਸਕਦਾ ਹੈ ਕੀ ਕੀਤਾ ਸੀ ਆਪਾਂ ਕਿਉਂਕਿ ਜਾਂ ਹੁਣ ਜਿੰਨੇ ਵੀ ਕੁਐਸਚਨ ਕੀਤੇ ਆਪਾਂ ਵੰਡ ਨਾਲ ਕੀਤੇ ਆ ਅੱਗੇ ਗੱਲ ਕਰਾਂਗੇ ਗੁਣਾ ਵੀ ਆਣੀ ਹੈ ਤਾਂ ਦੋਹਾਂ ਰਾਸ਼ੀਆਂ ਨੂੰ ਇੱਕ ਨਿਸ਼ਚਿਤ ਸੰਖਿਆ 2 3 4 5 6 7 ਕੋਈ ਵੀ ਹੋ ਸਕਦੀ ਹੈ ਉਹਦੇ ਨਾਲ ਆਪਾਂ ਗੁਣਾ ਜਾਂ ਵੰਡ ਕਰ ਸਕਦੇ ਹਾਂ ਇਹ ਨਹੀਂ ਹੈਗਾ ਇਹਨੂੰ ਦੋ ਨਾਲ ਵੰਡ ਤਾਂ ਉਹਨੂੰ ਨਹੀਂ ਵੰਡਿਆ ਦੋਹਾਂ ਨੂੰ ਇੱਕੋ ਤਰ੍ਹਾਂ ਦਾ ਆਪਰੇਸ਼ਨ ਲਗਾਉਣਾ ਤੀਸਰਾ ਕੀ ਸੀ ਜਿਹੜਾ ਅਨੁਪਾਤ ਹੈ ਉਹ ਕਿਸ ਰੂਪ 'ਚ ਚਾਹੀਦਾ ਸੀ ਸਰਲਤਮ ਜਾਂ ਮਿਆਰੀ ਰੂਪ 'ਚ ਜਿਹਨੂੰ ਆਪਾਂ ਲਿਖਦੇ ਹਾਂ ਸਟੈਂਡਰਡ ਫਾਰਮ ਬੇਸਿਕਲੀ ਸਟੈਂਡਰਡ ਫਾਰਮ ਦੇ ਵਿੱਚ ਚਾਹੀਦਾ ਸੀ ਤਾਂ ਇਹ ਆਪਣਾ 3 ਸਟੈਪਸ ਕਹਿ ਲਓ 3 ਪ੍ਰੋਸੈਸ ਕਹਿ ਲਓ 3 ਰੂਲ ਕਹਿ ਲਓ ਜੋ ਅਨੁਪਾਤ ਨੂੰ ਪਤਾ ਕਰਨ ਦੇ ਤਾਂ ਇਹ ਸੀ ਆਪਣਾ ਅਨੁਪਾਤ ਦਾ ਪਹਿਲਾ ਟੌਪਿਕ ਅਨੁਪਾਤ ਕਿਵੇਂ ਹੱਲ ਕਰਨਾ ਹੈ ਥੈਂਕ ਯੂ